ਵੈਨਕੂਵਰ 에ਅਰਪੋਰਟ ਵੱਲੋਂ ਖਰਗੋਸ਼ਾਂ ਨੂੰ ਮਾਰਨ ਦੇ ਵਾਸਤੇ ਕਿਸੇ ਵਿਅਕਤੀ ਨੂੰ ਹਾਇਰ ਕੀਤਾ ਗਿਆ ਹੈ। ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਦੇ ਨੇੜੇ ਜੋ ਹੋਟਲ ਮੌਜੂਦ ਹੈ, ਉੱਥੇ ਕੁਝ ਹਫ਼ਤਿਆਂ ਤੋਂ ਇੱਕ ਵਿਅਕਤੀ ਜਿਸ ਦੇ ਕੋਲ ਐਕਟਿਵ ਫਾਇਰਆਰਮ ਹੈ, ਉਸ ਵਿਅਕਤੀ ਵੱਲੋਂ ਖਰਗੋਸ਼ਾਂ ਨੂੰ ਮਾਰਿਆ ਜਾ ਰਿਹਾ ਹੈ। ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ 에ਅਰਪੋਰਟ ਇੰਪਲਾਈ ਤੋਂ ਜਦੋਂ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਸ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਉਹ ਖੁਦ ਪਾਰਕਿੰਗ ਲਾਟ ਦੇ ਵਿੱਚ ਵਿਅਕਤੀ ਨੂੰ ਰਾਈਫਲ ਦੇ ਨਾਲ ਦੇਖ ਕੇ ਡਰ ਗਈ। ਰੈਬਿਟੇਟਸ ਰੈਸਕਿਊ ਸੁਸਾਇਟੀ ਵੱਲੋਂ ਇਸ ਨੂੰ ਗਲਤ ਦੱਸਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਖਰਗੋਸ਼ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਉਹ ਬਹੁਤ ਫ੍ਰੈਂਡਲੀ ਹੁੰਦੇ ਹਨ ਤੇ ਜੋ ਖਰਗੋਸ਼ਾਂ ਦੇ ਨਾਲ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ। ਜ਼ਿਕਰਯੋਗ ਹੈ ਕਿ ਇਸ ਸੰਸਥਾ ਵੱਲੋਂ ਨਵੰਬਰ 2019 ਨੂੰ YVR ਨੂੰ ਖਰਗੋਸ਼ਾਂ ਨੂੰ ਰੀਲੋਕੇਟ ਕਰਨ ਦੀ ਅਪੀਲ ਕੀਤੀ ਗਈ ਸੀ, ਕਿਉਂਕਿ ਇੱਥੇ ਖਰਗੋਸ਼ਾਂ ਦੀ ਜੋ ਆਬਾਦੀ ਹੈ ਉਹ ਆਊਟ ਆਫ ਕੰਟਰੋਲ ਹੋ ਚੁੱਕੀ ਸੀ, ਜਿਸ ਤੋਂ ਬਾਅਦ ਸੰਸਥਾ ਵੱਲੋਂ ਅਜਿਹਾ ਕਿਹਾ ਗਿਆ। ਜਦੋਂ ਇਸ ਦੇ ਬਾਰੇ ਵਿੱਚ 에ਅਰਪੋਰਟ ਆਫੀਸ਼ੀਅਲਸ ਤੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵਾਸਤੇ ਸੁਰੱਖਿਆ ਸਭ ਤੋਂ ਪਹਿਲਾਂ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸੁਰੱਖਿਅਤ 에ਅਰਕ੍ਰਾਫਟ ਆਪਰੇਸ਼ਨ ਦੇ ਵਾਸਤੇ ਕਮਿਟਡ ਹਾਂ। ਨਿਊਟਨ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਵਾਹਨ ਆਪਸ ਦੇ ਵਿੱਚ ਟਕਰਾ ਗਏ। ਇਸ ਹਾਦਸੇ ਦੇ ਕਾਰਨ ਇੱਕ 71 ਸਾਲਾ ਪੈਦਲ ਯਾਤਰੀ ਜ਼ਖਮੀ ਹੋ ਗਿਆ। ਸਰੀ RCMP ਵੱਲੋਂ ਇਸ ਮਾਮਲੇ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਇੱਕ ਔਰਤ ਜਿਸ ਦੀ ਉਮਰ 71 ਸਾਲ ਦੇ ਕਰੀਬ ਹੈ, ਉਹ ਇਸ ਹਾਦਸੇ ਦੇ ਕਾਰਨ ਗੰਭੀਰ ਜ਼ਖਮੀ ਹੋਈ ਹੈ। ਇਸ ਔਰਤ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਗਈ। ਜਾਣਕਾਰੀ ਦੇ ਮੁਤਾਬਕ ਨਿਊਟਨ ਦੇ ਵਿੱਚ ਜੋ ਹਾਦਸਾ ਵਾਪਰਿਆ, ਇਸ ਦੌਰਾਨ ਦੋ ਵਾਹਨ ਫੋਰਡ ਟ੍ਰਾਂਜ਼ਿਟ ਵੈਨ ਅਤੇ Audi Q5 SUV ਆਪਸ ਦੇ ਵਿੱਚ ਟਕਰਾ ਗਏ। ਹਾਦਸਾ ਵਾਪਰਨ ਤੋਂ ਬਾਅਦ ਖੇਤਰ ਦੇ ਵਿੱਚ ਪਾਵਰ ਆਊਟੇਜ ਵੀ ਦੇਖਣ ਨੂੰ ਮਿਲੀ। ਸਰੀ RCMP ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ 1 ਘੰਟੇ ਦੇ ਲਈ ਰਸਤਾ ਬੰਦ ਕਰ ਦਿੱਤਾ ਗਿਆ। ਇਸ ਰਸਤੇ ਦੇ ਉੱਪਰ ਚਾਰਾਂ ਦਿਸ਼ਾ ਤੋਂ ਆਉਣ ਵਾਲੀ ਆਵਾਜਾਈ ਨੂੰ 1 ਘੰਟੇ ਦੇ ਲਈ ਰੋਕਿਆ ਗਿਆ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਸੀ। ਫਿਲਹਾਲ ਪੁਲਿਸ ਦਾ ਇਹੀ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਓਨਟਾਰੀਓ ਵੱਲੋਂ ਆਪਣੀ PNP ਡਰਾਅ ਦੇ ਤਹਿਤ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ 10 ਪ੍ਰਾਇਓਰਿਟੀ ਆਕੂਪੇਸ਼ਨਸ ਦੇ ਅਧੀਨ ਸੱਦੇ ਜਾਰੀ ਕੀਤੇ ਗਏ। ਓਨਟਾਰੀਓ ਵੱਲੋਂ ਇਹ ਡਰਾਅ ਜੂਨ 23 ਨੂੰ ਕੱਟਿਆ ਗਿਆ। ਉਹਨਾਂ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਜਿਨ੍ਹਾਂ ਦੀ ਪ੍ਰੋਫਾਈਲ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਸੀ। ਇਸ ਡਰਾਅ ਦੇ ਵਿੱਚ ਉਮੀਦਵਾਰਾਂ ਨੂੰ 464 ਤੋਂ 467 ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਦੀ ਜ਼ਰੂਰਤ ਸੀ। ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਵੱਲੋਂ ਉਹਨਾਂ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਜਾਂਦੇ ਨੇ ਜਿਹੜੇ ਕਿ ਐਕਸਪ੍ਰੈਸ ਐਂਟਰੀ ਹਿਊਮਨ ਕੈਪੀਟਲ ਪ੍ਰਾਇਓਰਿਟੀ ਸਟਰੀਮ ਦੇ ਅਧੀਨ ਐਲੀਜੀਬਲ ਹੁੰਦੇ ਹਨ। ਜਿਹੜੇ 10 ਆਕੂਪੇਸ਼ਨ ਦੇ ਜ਼ਰੀਏ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਉਹ ਕਿੱਤੇ ਕੁਝ ਇਸ ਤਰ੍ਹਾਂ ਨੇ: ਬੈਂਕਿੰਗ, ਕ੍ਰੈਡਿਟ ਐਂਡ ਅਦਰ ਇਨਵੈਸਟਮੈਂਟ ਮੈਨੇਜਰ, ਐਡਵਰਟਾਈਜ਼ਿੰਗ, ਮਾਰਕੀਟਿੰਗ ਐਂਡ ਪਬਲਿਕ ਰਿਲੇਸ਼ਨਸ ਮੈਨੇਜਰ, other business services managers, corporate sales manager, financial auditors and accountants, financial and investment analyst, human resources professionals, professional occupations in business management consulting, registered nurses, business development officers and marketing researchers and consultants। ਜਿਹੜੇ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਉਹਨਾਂ ਕੋਲ ਇਹਨਾਂ ਕੰਮਾਂ ਦਾ ਘੱਟੋ ਘੱਟ 1 ਸਾਲ ਦਾ ਤਜਰਬਾ ਜਾਣੀ ਕਿ ਵਰਕ ਐਕਸਪੀਰੀਅੰਸ ਹੋਣਾ ਜ਼ਰੂਰੀ ਸੀ। ਮੈਨੀਟੋਬਾ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਸਨ, ਸ਼ਨੀਵਾਰ ਨੂੰ ਇਹਨਾਂ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਜਿਸ ਤਹਿਤ ਮੈਨੀਟੋਬਾ ਦੇ ਵਿੱਚ ਹੇਅਰ ਸੈਲੂਨ, ਜਿਮ, ਰੈਸਟੋਰੈਂਟ ਖੁੱਲ੍ਹਣ ਜਾ ਰਹੇ ਨੇ। ਮੈਨੀਟੋਬਾ ਦੇ ਵਿੱਚ ਲੰਬੇ ਸਮੇਂ ਤੋਂ ਹੇਅਰ ਸੈਲੂਨ ਅਤੇ ਜਿਮ ਬੰਦ ਪਏ ਸਨ ਤੇ ਹੁਣ ਇਹਨਾਂ ਨੂੰ ਮੁੜ ਤੋਂ ਖੋਲ੍ਹਿਆ ਜਾ ਰਿਹਾ ਹੈ। ਜਿਹੜੇ ਮੈਨੀਟੋਬਾ ਵਾਸੀਆਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾ ਲਏ ਗਏ ਨੇ, ਉਹ ਹੁਣ ਆਪਣੀ ਆਜ਼ਾਦੀ ਫਿਰ ਤੋਂ ਮਾਣ ਸਕਣਗੇ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਮੈਨੀਟੋਬਾ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਇੱਕ ਟਾਰਗੇਟ ਤੈਅ ਕੀਤਾ ਗਿਆ ਸੀ, ਜਿੱਥੇ ਕਿਹਾ ਗਿਆ ਕਿ 70% ਮੈਨੀਟੋਬਾ ਵਾਸੀਆਂ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 25% ਨੂੰ 2 ਡੋਜ਼ ਲੱਗਣ ਤੋਂ ਬਾਅਦ ਪਾਬੰਦੀਆਂ ਦੇ ਵਿੱਚ ਢਿੱਲ ਦੇਣ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਨੀਵਾਰ ਤੋਂ ਹੁਣ ਹੇਅਰ ਸੈਲੂਨ, ਫਿਟਨੈਸ ਸੈਂਟਰ, ਸਵਿਮਿੰਗ ਪੂਲ, ਰੈਸਟੋਰੈਂਟ ਮੁੜ ਤੋਂ ਖੋਲ੍ਹੇ ਜਾ ਸਕਣਗੇ। ਜਿਹੜੇ ਮੈਨੀਟੋਬਾ ਵਾਸੀਆਂ ਨੂੰ ਕੋਵਿਡ-19 ਵੈਕਸੀਨ ਦੀ ਦੋਨੋਂ ਡੋਜ਼ ਲੱਗ ਚੁੱਕੀ ਹੈ, ਇੰਡੋਰ ਡਾਈਨਿੰਗ ਦੇ ਵਿੱਚ ਸ਼ਾਮਲ ਹੋ ਸਕਣਗੇ। ਫੁੱਲੀ ਵੈਕਸੀਨੇਟਡ ਆਪਣੇ ਲਵਡ ਵਨਸ ਨੂੰ ਵੀ ਮਿਲ ਸਕਣਗੇ। ਇੰਨਾ ਹੀ ਨਹੀਂ, ਉਹਨਾਂ ਨੂੰ ਵੱਡੇ ਪੱਧਰ ਦੇ ਉੱਪਰ ਆਊਟਡੋਰ ਸਪੋਰਟਿੰਗ ਦੇ ਵਿੱਚ ਸ਼ਾਮਲ ਹੋਣ ਦੀ ਵੀ ਇਜਾਜ਼ਤ ਹੋਵੇਗੀ।
ਪ੍ਰੋਵਿੰਸ ਵੱਲੋਂ ਇਸ ਸੰਬੰਧੀ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਮੈਨੀਟੋਬਾ ਵਾਸੀ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਲਗਵਾ ਲਏ ਗਏ ਨੇ ਉਹ ਕੈਨੇਡਾ ਦੇ ਵਿੱਚ ਕਿਤੇ ਵੀ ਯਾਤਰਾ ਕਰ ਸਕਦੇ ਨੇ ਤੇ ਉਹਨਾਂ ਨੂੰ ਸੈਲਫ ਆਈਸੋਲੇਟ ਕਰਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਪ੍ਰਾਈਵੇਟ ਪ੍ਰਾਪਰਟੀ ਆਊਟਡੋਰ ਗੈਦਰਿੰਗ ਦੇ ਵਿੱਚ 10 ਜਾਣੇ ਸ਼ਾਮਿਲ ਹੋ ਸਕਣਗੇ। ਆਊਟਡੋਰ ਗੈਦਰਿੰਗ ਦੇ ਵਿੱਚ 25 ਜਾਣਿਆਂ ਦੇ ਇਕੱਠ ਦੀ ਇਜਾਜ਼ਤ ਹੋਵੇਗੀ। ਹੇਅਰ ਸੈਲੂਨ 50% ਕੈਪੈਸਿਟੀ ਦੇ ਨਾਲ ਖੋਲੇ ਜਾ ਸਕਣਗੇ ਪਰ ਇਸ ਦੇ ਲਈ ਅਪਾਇੰਟਮੈਂਟ ਲੈਣੀ ਪਵੇਗੀ। ਰੀਕ੍ਰੀਏਸ਼ਨ ਐਕਟੀਵਿਟੀ, ਸਪੋਰਟ, ਡਾਂਸ, ਮਿਊਜ਼ਿਕ ਅਤੇ ਥੀਏਟਰ ਕਲਾਸਿਸ 25% ਕੈਪੈਸਿਟੀ ਦੇ ਨਾਲ ਮੁੜ ਖੋਲੀਆਂ ਜਾਣਗੀਆਂ। ਰੀਟੇਲ ਬਿਜ਼ਨਸ ਦੀ ਵਾਸਤੇ ਕੈਪੈਸਿਟੀ 25% ਤੱਕ ਵਧਾ ਦਿੱਤੀ ਗਈ ਹੈ। ਰੈਸਟੋਰੈਂਟ ਅਤੇ ਬਾਰ ਵੀ 25% ਕੈਪੈਸਿਟੀ ਦੇ ਨਾਲ ਖੋਲੇ ਜਾ ਸਕਣਗੇ। ਆਊਟਡੋਰ ਦੇ ਵਾਸਤੇ 50% ਦੀ ਕੈਪੈਸਿਟੀ ਹੋ ਸਕਦੀ ਹੈ। ਆਊਟਡੋਰ ਡਾਈਨਿੰਗ ਦੇ ਵਿੱਚ ਟੇਬਲ ਦੇ ਉੱਪਰ 8 ਜਾਣਿਆਂ ਦੇ ਬੈਠਣ ਦੀ ਆਗਿਆ ਦਿੱਤੀ ਗਈ ਹੈ। ਆਊਟਡੋਰ ਵੈਡਿੰਗਸ ਅਤੇ ਫਿਊਨਰਲ ਦੇ ਵਿੱਚ 25 ਜਾਣੇ ਸ਼ਾਮਿਲ ਹੋ ਸਕਦੇ ਨੇ, ਜਦਕਿ ਇਨਡੋਰ ਵੈਡਿੰਗ ਅਤੇ ਫਿਊਨਰਲ ਦੇ ਵਿੱਚ 10 ਜਾਣਿਆਂ ਦੀ ਇਜਾਜ਼ਤ ਹੋਵੇਗੀ। ਸਮਰ ਡੇ ਕੈਂਪ ਦੇ ਵਿੱਚ 20 ਜਾਣਿਆਂ ਨੂੰ ਇਜਾਜ਼ਤ ਦਿੱਤੀ ਗਈ ਹੈ। ਸਲਮਾਨ ਪੂਰਾ ਡੈਟ ਸੈਟਲਮੈਂਟ ਤੋਂ ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।